सोनू हाथ नहीं ले रहा जल्दी कर जल्दी जल्दी सोनू जल्दी सोनू जल्दी कर जल्दी सोना ऑन है हरदीप करती ऑन सर अगे आ जाओ जी सर अगे आ जाओ अगे सर अगे आना पैना थोड़ा सोनू जल्दी कर हरदीप ऑन करता भाजी माना जाओ वो ब्लैस वाला हरदीप करता ऑन साइलेंट यार ऑन करता मैं करता अगे रस्सी लाई है एक मिनट ਅਸੀਂ ਜੀ ਸਭ ਤੋਂ ਪਹਿਲਾਂ ਤੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ। ਬੜੇ ਸੰਜੀਦਗੀ ਵਾਲੇ ਮੁੱਦੇ ਲੈ ਕੇ ਪੰਜਾਬ ਦੇ ਭਖਦੇ ਮਸਲੇ ਲੈ ਕੇ ਗਵਰਨਰ ਸਾਹਿਬ ਨਾਲ ਮੁਲਾਕਾਤ ਕੀਤੀ ਹੈ। ਧੰਨਵਾਦ ਕਰਦੇ ਹਾਂ ਉਹਨਾਂ ਦਾ ਕਿ ਉਹਨਾਂ ਨੇ 16-17 ਮਿੰਟ ਸਾਡੀ ਗੱਲ ਸੁਣੀ, ਬੜੀ ਪੇਸ਼ੈਂਟ hearing ਦਿੱਤੀ ਔਰ ਕਿਹਾ ਕਿ I'm looking into the matter. He showed his concern about these burning issues. ਦੇਖੋ ਸਭ ਤੋਂ ਪਹਿਲੀ ਗੱਲ ਤੇ ਇਹ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭਾਵੇਂ 30-40 ਦਿਨ ਪੁਰਾਣੀ ਹੋਵੇ ਪਰ ਲੋਕਾਂ 'ਚ ਇੱਕ ਗੱਲ ਚਲੀ ਗਈ ਕਿ ਇਹਨਾਂ ਦੇ ਵੱਸ ਦੀ ਨਹੀਂ। ਲੋਕਾਂ 'ਚ ਇੱਕ ਗੱਲ ਚਲੀ ਗਈ ਕਿ ਇਹ ਸੁਪਨਿਆਂ ਦੇ ਸੌਦਾਗਰ ਸੀ। ਇਹਨਾਂ ਝੂਠ ਵਿੱਚ ਇਹਨਾਂ ਸੱਤਾ ਹਾਸਲ ਕਰਨ ਦੇ ਲਈ ਉਹ ਝੂਠ ਵੇਲੇ ਬੋਲੇ ਜਿਨ੍ਹਾਂ ਨੇ ਵੰਡੀਆਂ ਪਾਤੀਆਂ ਪੰਜਾਬ 'ਚ। ਅਸਲ ਗੱਲ ਇਹ ਸੀ ਔਰ ਮੈਂ ਪਹਿਲੇ ਦਿਨ ਤੋਂ ਕਹਿੰਦਾ ਸੀਗਾ, ਪਿਛਲੇ 1 ਸਾਲ ਤੋਂ ਕਹਿੰਦਾ ਰਿਹਾ ਕਿ ਪਾਲਿਸੀ ਡਰਿਵਨ ਬਜਟਰੀ ਐਲੋਕੇਸ਼ਨ ਹੋਣੀ ਚਾਹੀਦੀ ਹੈ ਤਾਂ ਸੁਪਨੇ ਸਾਕਾਰ ਹੁੰਦੇ ਆ। ਤੇ ਅੱਜ ਨਾ ਸਿਰਫ ਲੋਕਾਂ ਦੇ ਸੁਪਨੇ ਟੁੱਟੇ ਆ ਪਰ ਉਮੀਦ ਵੀ ਟੁੱਟੀ ਹੈ। ਔਰ ਜੋ ਅੱਜ ਤੱਕ ਪੰਜਾਬ 'ਚ ਕਦੇ ਨਹੀਂ ਹੋਇਆ, ਫੰਡ ਪੈ ਗਈ ਹੈ। ਜਦੋਂ ਅਨਾਉਂਸਮੈਂਟ ਕੀਤੀ ਸੀ ਬਿਜਲੀ ਦੀ, ਇਹ ਨਹੀਂ ਸੀ ਕਿਹਾ ਕਿ ਕਿਸੇ ਇੱਕ ਵਰਗ ਨੂੰ ਅਸੀਂ ਦੇਾਂਗੇ, ਸਾਰਿਆਂ ਨੂੰ ਦੇਣ ਦਾ ਵਚਨ ਦਿੱਤਾ ਸੀ। ਤੇ ਅੱਜ ਪਹਿਲਾਂ ਤਾਂ ਜਨਰਲ ਕੈਟਾਗਰੀ ਤੋਂ ਮੁੱਕਰੇ ਤੇ ਫਿਰ ਸਾਡੇ ਭਾਈਚਾਰੇ, ਐਸਸੀ ਭਾਈਚਾਰੇ, ਐਸਟੀ ਭਾਈਚਾਰੇ, ਉਹਨਾਂ ਦੇ ਲਈ ਵੀ 1 ਕਿਲੋਵਾਟ ਤੇ ਉਤਰਿਆ। ਇਹਦਾ ਕਾਰਨ ਇਹ ਹੈ ਕਿ ਪੰਜਾਬ ਦੇ ਕੋਲ ਸਾਧਨ ਨਹੀਂ ਹੈ। ਔਰ ਮੈਂ 1.5 ਸਾਲ ਦਾ ਕਹਿੰਦਾ ਆਇਆ ਕਿ ਭਾਈ ਲਾਅ ਐਂਡ ਆਰਡਰ ਨੂੰ ਛੱਡ ਕੇ ਪੰਜਾਬ ਦੇ ਹਰ ਭਖਦੇ ਮਸਲੇ ਦਾ ਹੱਲ ਇਨਕਮ ਹੈ, ਉਹ ਨਹੀਂ ਜਨਰੇਟ ਹੋ ਰਹੀ। PSPCL 17,000 ਕਰੋੜ ਰੁਪਏ ਦਾ ਬੈਂਕਾਂ ਤੋਂ ਕਰਜ਼ਾ ਲਈ ਬੈਠੀ ਹੈ। 20,000 ਕਰੋੜ ਦੀ ਸਰਕਾਰ ਦੀ ਦੇਣਦਾਰੀ ਹੈ। ਤਨਖਾਹ ਉਹਨਾਂ ਨੇ 500 ਕਰੋੜ ਰੁਪਇਆ ਕਰਜ਼ਾ ਲੈ ਕੇ ਦਿੱਤੀ ਹੈ। ਤੇ ਵੱਡੇ ਵੱਡੇ ਬਾਂਸ ਦੀ ਤਰ੍ਹਾਂ ਲੰਬੇ ਉੱਚੇ ਵਾਅਦੇ ਅੰਦਰੋਂ ਖੋਖਲੇ ਕਰਨ ਦੀ ਕੀ ਲੋੜ ਸੀ? ਪੰਜਾਬ ਦੀ ਵਿੱਤੀ ਸਥਿਤੀ ਸਰ ਦੇਸ਼ 'ਚ ਸਭ ਤੋਂ ਮਾੜੀ ਹੈ। ਮੈਨੂੰ ਬੜਾ ਦੁੱਖ ਹੁੰਦਾ ਹੈ, ਦੁਰਭਾਗਪੂਰਨ ਹੈ ਕਿ ਸਾਡੀ ਸਾਰੇ ਪੰਜਾਬੀਆਂ ਦੀ ਜਿਹੜੀ ਇਨਕਮ ਹੈ ਉਹਦਾ 55% ਹਿੱਸਾ ਕਰਜ਼ਿਆਂ 'ਚ ਜਾ ਰਿਹਾ। 85% ਪੰਜਾਬ ਦਾ ਜਿਹੜਾ ਬਜਟ ਹੈ ਉਹ ਜਾਂ ਤੇ ਤਨਖਾਹਾਂ 'ਚ, ਪੈਨਸ਼ਨਾਂ 'ਚ ਜਾਂ ਕਰਜ਼ਾ ਲੈਣ ਤੇ ਮੋੜਨ 'ਚ ਜਾ ਰਿਹਾ। ਇਸ ਕਰਕੇ ਇਹ ਬੜੇ ਸੰਜੀਦਗੀ ਵਾਲੇ ਮੁੱਦੇ ਨੇ। ਚਾਦਰ ਦੇਖ ਕੇ ਪੈਰ ਪਸਾਰਨਾ ਚਾਹੀਦਾ। ਬਿਜਲੀ ਦੇ ਉੱਤੇ ਇੱਕ ਹੋਰ ਗੱਲ ਕਹਿ ਦਿਆਂ ਕਿ ਅੱਜ 8,000 ਮੈਗਾਵਾਟ ਡਿਮਾਂਡ ਹੈ ਤੇ ਸਰਕਾਰ ਦਾ ਬੈਂਡ ਵੱਜਿਆ ਪਿਆ, ਬਾਂਹ ਹੋਈ ਪਈ ਹੈ। ਥਰਮਲ ਪਲਾਂਟ ਸ਼ਟ ਹੋ ਰਹੇ ਹੈ। ਕੋਲਾ 30 ਦਿਨਾਂ ਦਾ ਚਾਹੀਦਾ, ਮੈਂਡੇਟਰੀ 8-10 ਦਿਨਾਂ ਦਾ ਰਹਿ ਗਿਆ। ਤੇ ਤੁਸੀਂ ਅੰਦਾਜ਼ਾ ਲਾ ਲਓ ਜੇ ਟ੍ਰੇਲਰ ਇਹੋ ਜਿਹਾ ਚੱਲਿਆ ਤੇ ਫਿਲਮ ਕਹੇ ਜੀ ਹੋਊਗੀ। ਜਦੋਂ 15,000 ਮੈਗਾਵਾਟ ਡਿਮਾਂਡ ਆਈ, 15,000 ਮੈਗਾਵਾਟ ਡਿਮਾਂਡ ਆਈ ਔਰ 1.5 ਮਹੀਨੇ ਚ ਆਉਣੀ ਹੈ।
ਤੇ ਕਿਵੇਂ ਪੂਰੀ ਹੋਣੀ ਹੈ? ਜਦੋਂ ਸਾਡੀ ਸਰਕਾਰ ਸੀ, ਮੈਂ ਉਦੋਂ ਚੰਨੀ ਸਰਕਾਰ ਨੇ ਟੈਰਿਫ ਆਰਡਰ ਇਸ਼ੂ ਕੀਤਾ ਸੀ ਪਬਲਿਕ ਇੰਟਰਸਟ, ਬਿਜਲੀ ਸਸਤੀ ਕੀਤੀ ਸੀ, ਸਮਝੇ ਨਹੀਂ? ਲੇਕਿਨ ਆਹ ਕੁਛ ਨਹੀਂ ਸੀ। ਇਹ ਪਹਿਲਾ ਭਖਦਾ ਮਸਲਾ। ਪਾਵਰ ਕੱਟ ਅੱਜ ਦੀ ਡੇਟ ਦੇ ਵਿੱਚ ਤੁਸੀਂ ਪਿੰਡਾਂ 'ਚ ਦੇਖੋ 2 ਘੰਟੇ ਬਿਜਲੀ ਆਉਂਦੀ ਤੇ ਤੁਸੀਂ ਸੋਚੋ ਲੋਕ ਚੀਕਾਂ ਮਾਰਦੇ, ਹਾਏ ਦੁਹਾਈ ਪਈ ਹੈ। ਤੇ ਸੋਚੋ ਤੁਸੀਂ, ਇਸ ਕਰਕੇ ਉਹਨਾਂ ਨੂੰ ਕਿਹਾ ਕਿ ਜੀ ਇਤਿਹਾਸ ਲੈਣ ਦੀ ਲੋੜ ਹੈ, ਬੈਟਰ ਪ੍ਰੀਵੈਂਟ ਐਂਡ ਪ੍ਰਿਪੇਅਰ ਰਾਦਰ ਦੈਨ ਰਿਪੈਂਟ ਐਂਡ ਰਿਪੇਅਰ। ਵੀ ਸੀਮ ਟੂ ਬੀ ਰਿਪੈਂਟਿੰਗ ਐਂਡ ਰਿਪੇਅਰਿੰਗ। ਇਹ ਸੁਪਨੇ ਸਾਕਾਰ ਕਰਨ ਦੇ ਲਈ ਸਾਧਨਾਂ ਦੀ ਲੋੜ ਸੀ। ਤੁਸੀਂ ਝੂਠ ਵੇਚਿਆ, ਤੁਸੀਂ ਸੁਪਨੇ ਵੇਚੇ, ਲੇਕਿਨ ਸਾਕਾਰ ਕਰਨ ਦੇ ਸਾਧਨ ਤੁਹਾਡੇ ਕੋਲ ਹੈ ਨਹੀਂ। ਨੰਬਰ 2, ਐਤਕੀ ਯੂਕਰੇਨ ਔਰ ਰਸ਼ੀਆ ਦੀ ਜੰਗ ਦੇ ਕਰਕੇ ਕਣਕ ਦੀ ਬਹੁਤ ਜ਼ਿਆਦਾ ਘਾਟ ਹੈ। ਉਹਦੇ ਕਰਕੇ ਪ੍ਰਾਈਸਿਸ ਹੈਵ ਸ਼ਾਟ ਅਪ। 3500 ਤੋਂ 4000 ਨੂੰ ਕਣਕ ਵੇਚਦੀ ਹੈ। ਰਿਸਕ ਫੈਕਟਰ ਸਾਰੇ ਕਿਸਾਨ ਝੇਲਦਾ ਹੈ। ਐਮਐਸਪੀ ਉਹਦੀ 9% ਵਧਾਈ ਹੈ ਤੇ ਪੈਟਰੋਲ ਡੀਜ਼ਲ 100%, ਪੈਸਟੀਸਾਈਡ 100%। ਡੀਏਪੀ ਦੀ ਖਾਦ ਮੇਰੇ ਕੋਲ ਕਿਸਾਨ ਆਏ ਸੀ, ਉਹ ਕਹਿੰਦੇ ਮਹਾਰਾਜ ਲਿਫਾਫੇ ਹੀ ਅਸਲੀ ਨੇ, ਅੰਦਰ ਕੱਖ ਨਹੀਂ। ਝਾੜ 20 ਤੋਂ 50% ਘਟ ਗਿਆ। ਤੇ ਜੇ ਦੁੱਖਾਂ ਦੇ ਹਿੱਸੇਦਾਰ ਨੇ ਕਿਸਾਨ ਔਰ ਹਰ ਰਿਸਕ ਨੂੰ ਝੇਲਦੇ ਆ, ਭਾਵੇਂ ਉਹ ਬੀਜਾਂ ਦਾ ਰਿਸਕ ਹੋਵੇ, ਮੌਸਮ ਦਾ ਰਿਸਕ ਹੋਵੇ, ਅੱਗਾਂ ਲੱਗਣ ਦਾ ਰਿਸਕ ਹੋਵੇ। ਮੈਨੂੰ ਲੱਗਦਾ 1000 ਏਕੜ ਤੇ ਅੱਗਾਂ 'ਚ ਫੁੱਗੀ ਹੈ। ਤੇ ਜੇ ਉਹ ਰਿਸਕ ਝੇਲਦੇ ਆ ਤੇ ਫਿਰ ਉਹਨਾਂ ਨੂੰ ਦੁੱਖਾਂ ਦਾ ਭਾਗੀਦਾਰ ਬਣਾਇਆ, ਤੇ ਅੱਜ ਹੁਣ ਸੁੱਖ ਦਾ ਵੇਲਾ ਆਇਆ ਤੇ ਇਹਦਾ ਵੀ ਭਾਗੀਦਾਰ ਬਣਾਓ ਨਾ, ਹਿੱਸੇਦਾਰ ਬਣਾਓ, ਸ਼ੇਅਰ ਹੋਲਡਰ ਬਣਾਓ। 500 ਰੁਪਏ ਬੋਨਸ ਦੀ ਮੰਗ ਕੀਤੀ ਹੈ ਸਾਹਿਬ, ਔਰ ਇਹ ਡਿਊ ਹੈ। ਜਦੋਂ ਤੁਸੀਂ 2000 ਕਮਾ ਰਹੇ ਹੋ ਤੇ 500 ਦੇਣਾ ਕੋਈ ਔਖਾ ਨਹੀਂ। ਤੁਸੀਂ ਤੇ ਮੈਕਸਿਮਮ ਸਪੋਰਟ ਪ੍ਰਾਈਸਾਂ ਦਿੱਤੀਆਂ ਨੇ 1-2 ਬੰਦਿਆਂ ਨੂੰ, ਤੇ ਇਹਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਤੇ ਦਿਓ। ਤੀਜੀ ਚੀਜ਼, ਲਾਅ ਐਂਡ ਆਰਡਰ। ਵੈਸੇ ਤੇ ਮੈਂ ਸਭ ਤੋਂ ਪਹਿਲਾਂ ਗਵਰਨਰ ਸਾਹਿਬ ਨਾਲ ਰੇਜ਼ ਕੀਤਾ ਔਰ ਉਹਨਾਂ ਨੂੰ ਕਿਹਾ ਵੀ ਮੈਨੂੰ ਭਾਵੇਂ ਦਿੱਲੀ ਤੱਕ ਜਾਣਾ ਪਵੇ, ਆਈ ਵਿਲ ਡੈਫੀਨਿਟਲੀ ਗੋ। ਲੇਕਿਨ ਅਸੀਂ ਮੁੱਦਿਆਂ ਦੀ ਪਹਿਰੇਦਾਰੀ ਕਰਦੇ ਹੋਏ ਪਹਿਲ ਦੇ ਆਧਾਰ ਦੇ ਉੱਤੇ ਕਹਿੰਦੇ ਆ ਕਿ ਜਿੱਥੇ ਜਾਨ ਮਾਲ ਸੁਰੱਖਿਅਤ ਨਹੀਂ, ਮਾਲ ਤੋਂ ਮਤਲਬ ਬਿਜ਼ਨਸ, ਲੋਕ ਬਿਜ਼ਨਸ ਚਾਹੁੰਦੇ ਆ, ਲੋਕ ਮੌਲਾਂ ਦੇ ਗਾਹਕ ਚਾਹੁੰਦੇ ਆ, ਲੋਕ ਅਮਨ ਮਾਨ ਚਾਹੁੰਦੇ ਆ, ਤੇ ਜਿੱਥੇ ਜਾਨ ਮਾਲ ਦੀ ਰੱਖਿਆ ਨਾ ਹੋਵੇ, ਤੁਸੀਂ ਕਹਿੰਦੇ ਹੋ ਅੰਗਰੇਜ਼ਾਂ ਨੂੰ ਇੱਥੇ ਲਿਆਉਣਾ, ਤੁਸੀਂ ਕਹਿੰਦੇ ਨੌਜਵਾਨਾਂ ਨੂੰ ਇੱਥੋਂ ਜਾਣ ਤੋਂ ਰੋਕਣਾ। ਮੈਂ ਕਹਿੰਦਾ ਜਿਹੜੇ 3 ਕਰੋੜ ਪੰਜਾਬੀ ਇੱਥੇ ਆ ਉਹ ਭੱਜ ਜਾਣਗੇ, ਉਹ ਕਿੱਥੇ ਰਹਿਣਗੇ ਭਾਈ? ਜਿੱਥੇ ਜਾਨ ਮਾਲ ਮਹਿਫੂਜ਼ ਨਹੀਂ, 40 ਬੰਦੇ ਮਰ ਗਏ। ਹਾਂਜੀ, ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਦੀਆਂ ਠੰਡੀਆਂ ਜਗ੍ਹਾ, ਇਹਨੂੰ ਪੰਜਾਬ ਦੀ ਫਿਕਰ ਹੈ? ਪੰਜਾਬ ਦੀ ਪਿੱਠ ਦੇ ਉੱਤੇ ਪੱਬ ਲਾ ਕੇ ਹਿਮਾਚਲ ਪ੍ਰਦੇਸ਼, ਗੁਜਰਾਤ, ਇਹਨਾਂ ਨੇ ਅਧਿਕਾਰ ਦਿੱਤਾ ਇਹਨਾਂ ਨੂੰ ਪੰਜਾਬ ਦੇ ਪੈਸੇ, ਲੋਕਾਂ ਦੇ ਖੂਨ ਪਸੀਨੇ ਦੇ ਪੈਸੇ ਇਸ਼ਤਿਹਾਰਾਂ ਦੇ ਵਿੱਚ ਲਾ ਕੇ ਹਿਮਾਚਲ ਤੇ ਗੁਜਰਾਤ ਦੇ ਵਿੱਚ ਲਾ ਦੇਣ। देयर हैव टू बी प्रायोरिटी एरियाज, और वो प्रायोरिटी ਜਿਹੜੀ ਹੈਗੀ ਹੈ ਜਾਨ ਮਾਲ, ਪੰਜਾਬ ਦੀ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲਣਾ। ਰਬੜ ਦਾ ਗੁੱਡਾ ਬਣਿਆ ਪਿਆ ਮੁੱਖ ਮੰਤਰੀ, ਚਾਬੀ ਦੇ ਕੇ ਛੱਡ ਦਿੰਦੇ ਆ। ਕਦੇ ਆਵਾਜ਼ ਹੁਣ ਮੈਂ ਨਾਲ ਖੜੂ। ਪੁਲਿਸ ਦੀ ਪੋਲਿਟਿਸਾਈਜੇਸ਼ਨ, ਇੱਥੇ ਲੋਕੀ ਮਰ ਰਹੇ ਆ, ਤਰਾਹੀਮਾਮ ਹੋ ਰਹੀ ਹੈ। ਕਦੇ 25 ਬੰਦੇ ਆ ਕੇ ਤਾੜ ਗੋਲੀਆਂ ਚਲਾ ਜਾਂਦੇ ਆ, ਕਦੇ ਹੋਟਲ ਦੇ ਮਾਲਕ ਕਿਸੇ ਨੂੰ ਮਾਰਤਾ, ਕਿਸੇ ਨੂੰ ਵੱਢਤਾ, ਕਿਸੇ ਨੂੰ ਟੁੱਕਤਾ, ਕਿਤੇ ਕਬਜ਼ੇ, ਕਿਤੇ ਫਰੌਤੀ। ਤੇ ਪੰਜਾਬ ਦੀ ਪੁਲਿਸ ਜਿਹੜੇ ਕੇਜਰੀਵਾਲ ਸਾਹਿਬ ਦੇ ਖਿਲਾਫ ਸੱਚ ਦੀ ਆਵਾਜ਼ ਚੱਕ ਰਹੇ, ਉਹਨਾਂ ਦੇ ਪਰਚੇ ਦੇ ਰਹੇ। ਮਹਾਰਾਜ ਇਹ ਪੰਜਾਬ ਹੈ, ਇੱਥੇ ਹਾਲਾਤ ਬਿਲਕੁਲ ਵਿਪਰੀਤ ਨੇ, ਇਹ ਦਿੱਲੀ ਨਹੀਂ। ਤੇ ਜੇ ਕੋਈ ਗੱਲ ਤਾਰੀਫ ਕਰਨ ਵਾਲੀ ਆ ਉਹ ਪੰਜਾਬ ਮਾਡਲ ਵਾਲੀ ਆ। ਮੈਂ ਪਹਿਲਾਂ ਕਹਿੰਦਾ ਸੀ ਤੇ ਦਿੱਲੀ ਮਾਡਲ ਨਹੀਂ ਚੱਲਣਾ। ਦਿੱਲੀ ਦਾ 35,000 ਕਰੋੜ ਰੁਪਈਆ ਸੈਂਟਰ ਦੀ ਸਰਕਾਰ ਖਰਚਦੀ ਹੈ, 9,000 ਕਰੋੜ ਪੁਲਿਸ ਤੇ ਖਰਚਦੀ ਹੈ, 9,000 ਕਰੋੜ NDMC ਤੇ ਖਰਚਦੀ ਹੈ, 3-4 ਹਜ਼ਾਰ ਕਰੋੜ ਰੁਪਈਆ ਯੂਨੀਵਰਸਿਟੀਆਂ ਤੇ ਖਰਚਦੀ ਹੈ।
ਇੱਥੇ ਸੌਫਟ ਲੋਨ ਮਿਲਾ ਕੇ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਤੇ ਕੱਢੋ ਹੁਣ 20,000 ਕਰੋੜ ਰੁਪਏ ਰੇਤੇ ਚੋਂ। ਮਿੱਤਰ ਪਿਆਰੇ 85% ਤੇ ਸੈਟ ਫਿਕਸਡ ਜਿਹੜੀਆਂ ਪੇਮੈਂਟਾਂ ਜਾਂਦੀਆਂ ਨੇ ਪੈਨਸ਼ਨਾਂ ਦੀਆਂ, ਤਨਖਾਹਾਂ ਦੀਆਂ, ਕਰਜ਼ਾ ਲੈਣ ਦੀਆਂ ਤੇ ਬੋਰੋਇੰਗਸ ਦੀਆਂ, ਤੇ 30,000 ਕਰੋੜ ਕਿੱਥੋਂ ਕੱਢਣਾ ਹੈ? ਕਮਿਸ਼ਨਾਂ ਚੋਂ। ਝੂਠ ਤੇ ਝੂਠ, ਝੂਠ ਤੇ ਝੂਠ। ਮੈਂ ਅੱਜ ਵੀ ਕਹਿਣਾ ਕਿ ਤੁਸੀਂ ਕਿਸੇ ਔਰਤ ਨੂੰ, ਪੰਜਾਬ ਪੁਲਿਸ ਨੂੰ ਪੋਲਿਟਿਸਾਈਜ਼ ਕਰਕੇ, ਪੁਲਿਸ ਦਾ ਕੀ ਕਸੂਰ ਹੈ? ਐਫੀਸ਼ੀਐਂਟ ਪੁਲਿਸ ਹੈ ਪੰਜਾਬ ਦੀ, ਮਜਬੂਰੀ 'ਚ ਕਰਦੇ ਆ ਕਿਉਂਕਿ ਤੁਸੀਂ ਪੋਲਿਟਿਸਾਈਜੇਸ਼ਨ ਕਰਤੀ ਆਪਣੇ ਸਵਾਰਥਾਂ ਦੀ, ਲਾਅ ਐਂਡ ਆਰਡਰ ਦੀ ਨਹੀਂ, ਆਪਣੇ ਸਵਾਰਥਾਂ ਦੇ ਲਈ ਤੁਸੀਂ ਪੁਲਿਸ ਵਰਤ ਰਹੇ ਹੋ। ਇਹ ਬੜੇ ਗੰਭੀਰ ਮੁੱਦੇ ਨੇ। ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ, ਚਾਦਰ ਦੇਖ ਕੇ ਪੈਰ ਪਸਾਰਨੇ ਸੀ। ਕੀ ਲੋੜ ਸੀ ਇਹਨਾਂ ਫੈਦਿਆਂ ਦੀ? ਬਦਲਾਵ ਹੈ ਜਾਂ ਬਦਲਾ ਹੈ? ਵੰਡੇਟਾ ਪੋਲਿਟਿਕਸ ਸ਼ੁਰੂ ਹੋ ਚੁੱਕੀ। ਪੰਜਾਬ ਦੀ ਅਣਖ ਦੀ ਲੜਾਈ ਹੈ ਸਾਹਿਬ। ਪੰਜਾਬ ਦਾ ਮੁੱਖ ਮੰਤਰੀ ਅਣਖੀਲਾ ਚਾਹੀਦਾ ਹੈ, ਤਾਰਾਂ ਨਾਲ ਨਹੀਂ ਹਿਲ ਸਕਦਾ। ਕੋਈ ਹੈ ਤੇ ਬੋਲਦਾ ਕੋਈ ਹੈ, ਤੇ ਜਿਹੜਾ ਗੇਮ ਖੇਡਣ ਵਾਲਾ ਦਿੱਲੀ ਬੈਠਾ ਹੈ, ਦੀ ਮੈਸਕਰੇਡਰ, ਉਹਦੇ ਮੁਖੌਟੇ ਉੱਤਰ ਰਹੇ ਨੇ। ਸਟੇਟਮੈਂਟ ਦਿੱਤੀ ਹੈ ਜੀ, ਇਹ ਉਹ ਨਹੀਂ ਬੋਲਦਾ, ਕੁਝ ਕੇਜਰੀਵਾਲ ਬੋਲਦਾ। ਕੇਜਰੀਵਾਲ ਬੋਲਦਾ ਉਹਦੇ 'ਚ ਇੱਕ ਬੂੰਦ ਪਾਣੀ ਨਹੀਂ ਦੇਵਾਂਗੇ, ਤੇ ਜੇ ਹੈ ਹਿੰਮਤ ਪਾਣੀ ਛੱਡ ਕੇ ਵੇਖ, ਸਭ ਤੋਂ ਅੱਗੇ ਸਿੱਧੂ ਲੇਟੇਗਾ। ਡੁਬੋ ਹੈ ਦਮ ਤੇ ਕਰ ਕਲੀਅਰ ਸਟੈਂਡ। ਤੇਰਾ ਕੀ ਸਟੈਂਡ ਹੈ? ਵੋਟ ਕਿਲੇ ਵਾਂਗੂ ਰੰਗ ਬਦਲ ਜਾਂਦੇ ਹੋ। ਹਰਿਆਣੇ ਜਾਂਦੇ ਹੋ ਕੋਈ ਰੰਗ ਹੈ, ਦਿੱਲੀ ਜਾਂਦੇ ਹੋ ਕੋਈ ਰੰਗ ਹੈ, ਤੇ ਜਦੋਂ ਇੱਥੇ ਆਉਂਦੇ ਹੋ ਤੇ ਬੇਰੰਗ ਹੈ। ਹਾਂ, ਇਹ ਕੀ ਹੈ? ਦਿੱਲੀ ਤੱਕ ਜਾਵਾਂਗੇ, ਆਵਾਜ਼ ਉਠਾਵਾਂਗੇ, ਮੁੱਦਿਆਂ ਦੀ ਪਹਿਰੇਦਾਰੀ ਹੈ ਨਾ। ਪਹਿਲਾਂ ਕਦੇ ਅਹੁਦਿਆਂ ਦੀ ਇੱਛਾ ਸੀ ਨਾ, ਅੱਜ ਹੈ। ਲੇਕਿਨ ਪੰਜਾਬ ਦੇ ਖਿਲਾਫ, ਔਰ ਜ਼ਿੰਦਗੀ ਇੰਨੀ ਸੰਤੁਸ਼ਟ ਹੈ, ਸਾਰਾ ਕੁਝ ਅਚੀਵ, ਕੁਝ ਹਿਮਾਲੇ ਤੇ ਚੜ੍ਹ ਕੇ ਦੇਖ ਲਿਆ ਵੀ ਕੀ ਹੈ ਭਾਈ, ਇਹ ਤੋਂ ਉੱਚਾ ਕਿੱਥੇ ਚਲੇ ਜਾਣਗੇ। ਇਹ ਸੂਬਾ ਇਹਦੀ ਰੈਜ਼ਰੈਕਸ਼ਨ, ਇਹਦਾ ਉત્ਥਾਨ, ਟੂ ਗੈਟ ਇਟ ਬੈਕ ਟੂ ਇਟਸ ਪ੍ਰਿਸਟੀਨ ਗਲੋਰੀ, ਨੀਅਤ ਚਾਹੀਦੀ ਹੈ, ਨੀਅਤ, ਪੋਲੀਟੀਕਲ ਵਿਲ ਚਾਹੀਦੀ ਹੈ। ਇਹ ਇਲੈਕਸ਼ਨ ਕੈਂਪੇਨ ਨਹੀਂ ਹੈ, ਪਹਿਲੇ ਦਿਨ ਤੋਂ ਹੋਣਾ ਚਾਹੀਦਾ ਸੀਗਾ ਇਨਕਮ ਦਾ ਪ੍ਰਬੰਧ। ਇਹਨਾਂ ਦਾ ਇਲੈਕਸ਼ਨ ਕੈਂਪੇਨ ਬਣਾ ਲਈ ਸਾਹਿਬ। ਸੋ ਸੰਜੀਦਗੀ ਵਾਲੇ ਮੁੱਦੇ ਉਸੇ ਤਰ੍ਹਾਂ ਰੂਹਾਨੀ ਬਣਾ ਕੇ ਚੁੱਕੇ। ਗਵਰਨਰ ਸਾਹਿਬ ਨੇ ਅਸ਼ੋਰੈਂਸ ਦਿੱਤੀ ਹੈ, ਹੀ ਵਿਲ ਲੁੱਕ ਇਨਟੂ ਦ ਮੈਟਰ, ਤੇ ਦਿੱਲੀ ਤੱਕ ਆਵਾਜ਼ ਜਾਏਗੀ, ਔਰ ਦਿੱਲੀ ਤੱਕ ਫਰਿਆਦ ਜਾਏਗੀ, ਦਿੱਲੀ ਤੱਕ ਅੱਗੇ ਮੁਲਾਕਾਤਾਂ ਵੀ ਹੋਣਗੀਆਂ। ਟੋਟਲ ਇਸ਼ੂਜ਼ ਵੇਖੋ, ਇਸ਼ੂਜ਼ ਜਦੋਂ ਗੱਲਾਂ ਬਾਤਾਂ ਕਰੀਦੀਆਂ ਨੇ, ਮੁੱਢਲੇ ਇਸ਼ੂ ਫਾਈਨੈਂਸ਼ੀਅਲ ਪੋਜੀਸ਼ਨ ਜਿਹੜੇ ਮੈਂ ਤੁਹਾਨੂੰ ਦੱਸੇ, ਬੋਨਸ, ਲਾਅ ਐਂਡ ਆਰਡਰ ਤੇ ਸਾਹਮਣੇ ਦੇਖੀ, ਇਹ ਜਿਹੜੇ ਮੁੱਦੇ ਨੇ। ਐਸਵਾਈਐਲ ਸਿੱਧੂ ਸਾਹਿਬ ਇੱਕ ਕਹਿੰਦੇ ਨੇ ਵੀ ਜਿੱਦਾਂ ਹੁਣ ਪਰਚਾ ਅਲਕਾ ਲਾਂਬਾ ਜੀ ਤੇ ਹੋਇਆ ਹੈ, ਤੇ ਹੋਰ ਕਾਂਗਰਸੀ ਵੀ ਤਾਂ ਕੇਜਰੀਵਾਲ ਤੇ ਬੋਲੇ ਸੀ ਵੀ ਉਹਨਾਂ ਤੇ ਵੀ ਮਤਲਬ ਕੋਈ ਇਦਾਂ ਦਾ ਹੈ ਕਿ ਵਾਟ ਵਿਲ ਬੀ ਯੋਰ ਪਲਾਨ ਆਫ ਐਕਸ਼ਨ? ਦੇਖੋ, ਇਹ ਜਿਹੜੀ ਪੋਲਿਟਿਕਸ ਆਫ ਹੇਟ ਹੈ ਸਰ, ਕੈਮਰਾ, ਇਹ ਭੈ ਦੇਣ ਦੀ ਪੋਲਿਟਿਕਸ ਜਿਹੜੀ ਹੈ, ਇਹਨੂੰ ਕੋਈ ਐਪਰੀਸ਼ੀਏਟ ਨਹੀਂ ਕਰਦਾ। ਦਿਸ ਇਜ਼ ਰਿਪਲੇਸਿੰਗ ਦੀ ਪੋਲਿਟਿਕਸ ਆਫ ਹੋਪ। ਹੋਪ ਤੋਂ ਵੱਡੀ ਤੋਪ ਕੋਈ ਨਹੀਂ ਮਹਾਰਾਜ। ਆਸ ਉਮੀਦ ਟੁੱਟੀ ਜਾਂਦੀ ਹੈ, ਤੇ ਇੱਥੇ ਭੈ ਦੇ ਕੇ ਲੋਕਾਂ ਨੂੰ ਚੁੱਪ ਕਰਾਇਆ ਜਾ ਰਿਹਾ ਸੱਚ ਬੋਲਣ ਤੋਂ, ਤੇ ਸੱਚ ਕਿਤੇ ਦਬਦਾ, ਪ੍ਰਤਾੜਿਤ ਜ਼ਰੂਰ ਹੋ ਜਾਂਦਾ ਪਰ पराजित नहीं होता। सिद्धू साहब, आपने सर एक लाइन कही है, लेकिन उसको थोड़ा सा और क्लैरिफाई कर दीजिए। आपने कहा कि पुलिस एफिशिएंट है, लेकिन मजबूरी में क्या काम इसका बिल्कुल सिंपल सी बात है, पॉलिटिसाइज कर दिया पुलिस को, पॉलिटिसाइज कर दिया। अरे आप पुलिस की बात कर रहे हो, यहाँ हमारा मुख्यमंत्री, क्या बोलूं मैं,
सिद्धू साहब कुमार पुलिस थाना हालांकि आम आदमी पार्टी ਦੇ ਕਾਊਂਟਰ ਮੈਂਬਰ ਰਹੇ ਨੇ ਕੁਮਾਰ ਵਿਸ਼ਵਾਸ ਪਰ ਉਹਨਾਂ ਦੇ ਘਰ ਵੀ ਪੰਜਾਬ ਪੁਲਿਸ ਹੈ ਨਾ ਉਹਨੂੰ ਕਿੱਦਾਂ ਦੇਖਦੇ ਹੋ ਇਹਨੂੰ ਸਿਰਫ ਇੱਕੋ ਚੀਜ਼ ਨਾਲ ਦੇਖਦੇ ਆ ਵੀ ਸੱਚ ਦੀ ਆਵਾਜ਼ ਦੱਬਣੀ ਹੈ ਸੱਚ ਦੀ ਆਵਾਜ਼ ਦੱਬਣੀ ਹੈ ਸੱਚ ਨੂੰ ਖਤਮ ਕਰਨਾ ਹੈ ਤੇ ਝੂਠ ਨੂੰ 200 ਵਾਰ ਬੋਲ ਕੇ ਉਹਨੂੰ ਸੱਚ ਬਣਾਉਣ ਦੀ ਕੋਸ਼ਿਸ਼ ਕਰਨੀ ਐਦਾਂ ਤੁਸੀਂ ਕਿਸੇ ਨੂੰ ਦੱਬ ਨਹੀਂ ਸਕਦੇ ਲੋਕਤੰਤਰ ਦੇ ਵਿੱਚ ਕਮਜ਼ੋਰ ਲੋਕ ਤਾਂ ਦੱਬ ਜਾਂਦੇ ਆ ਲੇਕਿਨ ਜਿਨ੍ਹਾਂ ਕੋਲ ਨੈਤਿਕਤਾ ਹੈ ਜਿਨ੍ਹਾਂ ਕੋਲ ਮੋਰਲ ਅਥਾਰਟੀ ਹੈ ਉਹ ਦੱਬਦੇ ਨਹੀਂ ਮੈਂ ਮੈਡਮ ਹੁਣ ਲਾਸਟ ਤੁਹਾਨੂੰ ਜਵਾਬ ਦੇ ਰਿਹਾ ਜਿੱਦਣ ਅਲਕਾ ਜੀ ਔਰ ਕੁਮਾਰ ਵਿਸ਼ਵਾਸ ਜੀ ਆਉਣਗੇ ਥਾਣੇ ਨਾਲ ਜਾਵਾਂਗੇ ਜੀ ਸਿੱਧੂ ਸਾਹਿਬ ਕੱਲ ਰਾਜਾ ਬਣਾਂਗੇ ਥਾਣੇ ਨਾਲ ਜਾਵਾਂਗੇ ਜੀ ਖਬਰ ਹੈ